बिस्मिल्लाहिर्रहमानिर्रहीम अस्सलाम वालेकुम जी मेरे किसान भाइयों की हालत है ठीक हो। जिस खेत ਦੇ ਵਿੱਚ ਮੈਂ ਇਸ ਵਕਤ ਮੌਜੂਦ ਹਾਂ ਨਾ ਇਸ ਖੇਤ ਦੇ ਵਿੱਚ ਬੀਟੀ ਕਾਟਨ ਲੱਗੀ ਹੋਈ ਸੀ ਔਰ ਬਕਾਇਦਾ ਇਹਦੀ ਕਵਰੇਜ ਵੀ ਮੈਂ ਕੀਤੀ ਹੋਈ ਸੀ। ਲੇਕਿਨ ਅੱਜ ਮੈਂ ਦੇਖਿਆ ਵਾ ਤੇ ਇੱਥੇ ਹਲ ਵਾਹ ਦਿੱਤਾ ਗਿਆ ਤੇ ਦੁਬਾਰਾ ਵੀਡੀਓ ਬਣਾਉਣ ਦੀ ਜ਼ਰੂਰਤ ਪੇਸ਼ ਆਈ ਤੇ ਕਿਉਂ ਨਾ ਹੋਵੇ ਕਿ ਇੱਥੇ ਕਿਹੜੀਆਂ-ਕਿਹੜੀਆਂ ਮਿਸਟੇਕਾਂ ਹੋਈਆਂ ਵਾ, ਕਿਉਂ ਨਹੀਂ ਇੱਥੇ ਜਰਮੀਨੇਸ਼ਨ ਪੂਰੀ ਹੋਈ, ਇਹਦੀ ਕੀ ਵਜ੍ਹਾ ਬਣੀ ਆ। ਤੇ ਮੇਰੇ ਨਾਲ ਉਸਤਾਦ ਵੀ ਅੱਜ ਮੌਜੂਦ ਆ ਤੇ ਪਹਿਲੋਂ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਇਹ ਕਿੰਨੇ ਕਿੱਲੇ ਲੱਗੇ ਸੀਗੇ ਔਰ ਇਹ ਕਦੋਂ ਲੱਗੀ ਸੀਗੀ ਔਰ ਇਹਦੀ ਜਰਮੀਨੇਸ਼ਨ ਕਿਉਂ ਨਹੀਂ ਆਈ, ਕਿਸਾਨ ਨੇ ਕਿੱਥੇ-ਕਿੱਥੇ ਗਲਤੀਆਂ ਕੀਤੀਆਂ ਵਾ, ਕਿ ਆਇਆ ਬੀ ਨਕਸ ਮਿਲ ਗਿਆ ਵਾ, ਤਿਆਰੀ ਨਹੀਂ ਸਹੀ ਹੋਈ, ਜਾਂ ਕੋਈ ਮੌਸਮ ਦਾ ਰੌਲਾ ਵਾ, ਜਾਂ ਸਾਰੀਆਂ ਗੱਲਾਂ ਰਲ ਗਈਆਂ ਵਾ, ਜਾਂ ਇਹ ਐਸੀ ਕੋਈ ਕੀ ਟੈਕਨੀਕਲ ਵਜੂ ਆ, ਇਹ ਅੱਜ ਸਾਨੂੰ ਇਹ ਦੱਸਣਗੇ। अस्सलाम वालेकुम जी। वालेकुम सलाम। ਸਾਜ ਜੀ ਕੀ ਹਾਲ ਆ? अल्लाह दा शुक्र ठीक ਸਰ ठाक। ਇੱਥੇ ਬੀਟੀ ਕਾਟਨ ਬੀਜੀ ਹੋਈ ਸੀ ਤੇ ਹੁਣ ਮੈਂ ਵੇਖਿਆ ਵਾ ਇਹਦੇ ਵਿੱਚ ਹਲ ਚਲਾ ਦਿੱਤਾ ਗਿਆ ਔਰ ਬੜਾ ਵਸੀਹ ਪੈਮਾਨੇ ਤੇ ਮੈਂ ਇਹਦਾ ਵਿਜ਼ਿਟ ਵੀ ਕਰਾ ਦਿਆਂ। ਦੇਖੋ ਇਹ ਹਲ ਚੱਲਿਆ। हाँ जी हाँ जी, ये 2 एकड़ ਦਾ ਪਲਾਟ ਸੀ ਅੱਛਾ ਤੇ ਇਹਨੂੰ ਅਸੀਂ ਬੀਟੀ ਵਾਸਤੇ ਅੱਜ ਤੋਂ 1 ਮਹੀਨਾ 1.5 ਮਹੀਨਾ ਪਹਿਲੇ ਬਿਹਤਰੀਨ ਤਰੀਕੇ ਨਾਲ ਹਲ ਚਲਾ ਕੇ ਅਸੀਂ ਇਹਨੂੰ ਤਿਆਰ ਕੀਤਾ ਸੀ। ਠੀਕ ਹੋ ਗਿਆ। ਇਸ ਤਿਆਰੀ ਤੋਂ ਬਾਅਦ ਅਸੀਂ ਇਹਦੀਆਂ ਖੇੜੀਆਂ ਬਣਾ ਕੇ ਤੇ ਇਸ ਬੀ ਨੂੰ ਕਾਸ਼ਤ ਕਰ ਦਿੱਤਾ। ਇਹਦੇ ਵਿੱਚ ਸਾਡੀ ਨਜ਼ਰ ਦੇ ਵਿੱਚ 2-3 ਵਜੂਹਾਤ ਬਣਦੀਆਂ ਕਿ ਇਹ ਪਲਾਟ ਸਾਨੂੰ ਕਿਉਂ ਵਾਣਾ ਪਿਆ। ਸਭ ਤੋਂ ਪਹਿਲੀ ਵਜੂਹਾਤ ਹੈਗੀ ਹੈ ਕਿ ਬੀ ਦਾ ਹੀਟ ਹੋਣਾ, ਕਿਉਂਕਿ ਅਕਸਰ ਜਿਹੜੇ ਲੋਕ ਜ਼ਿਮੀਂਦਾਰ ਭਰਾ ਹੈਗੇ ਆ ਉਹ ਬੀ ਦੇ ਇੰਤਖਾਬ ਦੇ ਵਕਤ ਨਾ ਚਾਹੁੰਦੇ ਗੱਲਾਂ ਦਾ ਖਿਆਲ ਨਹੀਂ ਕਰਦੇ। ਉਹ ਬਸ ਸੁਣੀ ਸੁਣਾਈ ਗੱਲ ਤੇ ਜੀ ਫਲਾਣੇ ਨੇ ਅਸ਼ਰਫ ਕੋ ਲੈਣ ਦਾ ਤੇ ਫਲਾਣੇ ਨੇ ਹਬੀਬ ਕੋ ਲੈਣ ਦਾ, ਤੇ ਇਸ ਕਰਕੇ ਨਾ ਬੀ ਦਾ ਇੰਤਖਾਬ ਜਿਹੜਾ ਨਾ ਉਹ ਅਸੀਂ ਸਹੀ ਨਹੀਂ ਕਰਦੇ। ਇਹਦੇ 'ਚ ਬੁਨਿਆਦੀ ਵਜੂਹਾਤ ਇਹ ਹੁੰਦੀ ਹੈ ਕਿ ਜਿਹੜੇ ਲੋਕ ਬੀ ਬਣਾਉਣ ਵਾਸਤੇ ਕਾਟਨ ਨੂੰ ਸਟਾਕ ਕਰਦੇ ਨਾ, ਉਹ ਕਪਾਹ ਜਿਹੜੀ ਹੈਗੀ ਉਹਦੀ ਫੁੱਟੀ ਨੂੰ ਜਿਹੜਾ ਪਲਾਸਟਿਕ ਬੈਗ ਆ ਉਹਦੇ 'ਚ ਸੀਲ ਕਰਕੇ ਤੇ ਸੀ ਕੇ ਨਾ ਤੇ ਘਰ ਦੇ ਵਿੱਚ ਬੀਬੀਆਂ ਉਹਦੀਆਂ ਤਹਿ ਬਹਿ ਲਾ ਕੇ ਰੱਖ ਦਿੰਦੀਆਂ। ਚਲੋ ਜੀ ਕਪਾਹ ਸਾਂਭੀ ਗਈ ਬੀ ਵਾਸਤੇ, ਜਦੋਂ ਟਾਈਮ ਆਏਗਾ ਉਦੋਂ ਉਹਨੂੰ ਵੇਲਣੀ ਉੱਤੇ ਵਲਾ ਲਾਂਗੇ ਤੇ ਬੀ ਸਾਡਾ ਮਾਰਕੀਟ ਵਿੱਚ ਵੀ ਚਲਾ ਜਾਏਗਾ ਤਾਂ ਅਸੀਂ ਖੁਦ ਵੀ ਕਾਸ਼ਤ ਕਰ ਲਾਂਗੇ। ਜਿਹੜਾ ਪਲਾਸਟਿਕ ਬੈਗ ਦੇ ਥੈਲੇ ਖਾਦ ਵਗੈਰਾ ਵਾਲੇ ਹੁੰਦੇ DAP ਯੂਰੀਆ ਦੇ ਥੈਲੇ ਹੁੰਦੇ ਆ, ਇਹਨਾਂ ਵਿੱਚ ਹਵਾ ਨਹੀਂ ਪੈਂਦੀ ਤੇ ਜਿਹੜਾ ਬੀ ਦਾ ਬਨੌਲਾ ਹੁੰਦਾ ਵਾ ਉਹ ਅੰਦਰ ਇੰਨੀ ਉਹਦੀ ਹੀਟ ਪੈਦਾ ਹੋ ਜਾਂਦੀ ਹੈਗੀ ਆ, ਉਹ ਸੇਕ ਬਣ ਜਾਂਦਾ, ਉਹਦੇ ਨਾਲ ਬੀ ਜਿਹੜਾ ਵਾ ਉਹ ਬੇਕਾਰ ਹੋ ਜਾਂਦਾ, ਉਹ 'ਚ ਉਗਣ ਦੀ ਸਲਾਹੀਅਤ ਖਤਮ ਹੋ ਜਾਂਦੀ ਹੈ। ਇੱਕ ਤਾਂ ਵਜੂਹਾਤ ਇਹ ਹੈਗੀ ਹੈ। ਦੂਸਰੀ ਵਜੂਹਾਤ ਇਹ ਹੈਗੀ ਆ ਕਿ ਮੌਸਮ ਦਾ ਜਿਹੜਾ ਨਾ ਟੈਂਪਰੇਚਰ ਉਹ ਕਪਾਹ ਵਾਸਤੇ ਇਸ ਸਾਲ ਅਗੇਤੀ ਬੀਟੀ ਵਾਸਤੇ ਮੌਜੂਦ ਨਹੀਂ ਹੈਗਾ। ਉਹਦੀ ਵਜ੍ਹਾ ਹੈਗੀ ਆ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਗੜੇ ਪਏ ਵਾ, ਗੜਿਆਂ ਦੇ ਨਾਲ ਟੈਂਪਰੇਚਰ ਤਾਂ ਇੱਕ ਦਫਾ ਇੰਨਾ ਲੋ ਹੋ ਗਿਆ ਵੀ ਜਿਵੇਂ ਮੇਰਾ ਮਤਲਬ ਵੀ ਬਹੁਤ ਮਗਦੀਆਂ ਰਾਤਾਂ ਹੁੰਦੀਆਂ, ਕੋਰਾ ਪੈਣ ਲੱਗ ਪਿਆ। ਜਿਹੜੇ ਅਗੇਤੇ ਅੰਬਾਂ ਨੇ ਬੂਰ ਕੱਢਿਆ ਸੀ ਉਹ ਵੀ ਉੱਤੋਂ ਮੁਤਾਸਰ ਹੋਇਆ, ਯਾਨੀ ਟੈਂਪਰੇਚਰ ਬਹੁਤ ਲੋ ਹੋ ਗਿਆ। ਉਸ ਟੈਂਪਰੇਚਰ ਲੋ ਹੋਣ ਦੀ ਵਜ੍ਹਾ ਤੋਂ ਜਦੋਂ ਕਾਟਨ ਦਾ ਬੀ ਜ਼ਮੀਨ ਦੇ ਅੰਦਰ ਬੋਇਆ ਜਾਂਦਾ, ਉੱਪਰ ਪਾਣੀ ਲਾਇਆ ਜਾਂਦਾ, ਇਹਨੂੰ ਇੰਨੀ ਹੀਟ ਮਿਲਣੀ ਚਾਹੀਦੀ ਕਿ ਜਲਦੀ ਜਲਦੀ ਇਹਦੀ ਅੱਖ ਬਣ ਕੇ ਬੀ ਦੀ ਤੇ ਕੰਪਲ ਦੀ ਸ਼ਕਲ ਇਖਤਿਆਰ ਕਰਕੇ ਜ਼ਮੀਨ ਤੋਂ ਬਾਹਰ ਆ ਜਾਏ। ਲੇਕਿਨ ਉਹਦੇ ਵਾਸਤੇ ਟੈਂਪਰੇਚਰ ਦੀ ਲੋੜ ਆ। ਟੈਂਪਰੇਚਰ ਇੰਨਾ ਲੋ ਸੀ ਕਿ ਉਹ ਬੀ ਜਿਹੜਾ ਵਾ ਉਹ ਗਲ ਗਿਆ। ਬੀ ਗਲਣ ਦੀ ਵਜ੍ਹਾ ਤੋਂ ਯਾਨੀ ਕਿ ਕੋਈ 5-5 ਫੁੱਟ ਤੇ 10-10 ਫੁੱਟ ਤੇ ਵਿਰਲਾ ਪੌਦਾ ਅਸੀਂ ਦੇਖਿਆ ਹੈਗਾ, ਲੇਕਿਨ ਅਸੀਂ ਇਹ ਤੋਂ ਯਾਨੀ ਤਸੱਲੀ ਜਿਹੜੇ ਬਖਸ਼ਾ ਅੰਦਾਜ਼ ਹਾਸਲ ਨਹੀਂ ਕਰ ਸਕਦੇ ਸੀ। ਅਸੀਂ ਲਿਆਦਾ ਇਹਨੂੰ ਬਿਹਤਰ ਹੀ ਸਮਝਿਆ ਕਿ ਇਸ ਕਪਾਹ ਨੂੰ ਜਿਹੜਾ ਉਹ ਵਾਹ ਦਿੱਤਾ ਜਾਵੇ ਤੇ ਇਹਦੀ ਜਗ੍ਹਾ ਤੇ ਅਸੀਂ ਮੁਤਬਾਦਲ ਕੀ ਫਸਲ ਮਸਲਨ ਤੇਲ ਜਾਂ ਕਿ ਹੋਰ ਮੂੰਗੀ ਵਗੈਰਾ ਜਾਂ ਗੁਆਰਾ ਵਗੈਰਾ ਕਾਸ਼ਤ ਕਰਕੇ ਤੇ ਅਸੀਂ ਆਪਣੀ ਉਸ ਪਿਛਲੀ ਕਮੀ ਨੂੰ ਪੂਰਾ ਕਰ ਲਈਏ। ਅੱਛਾ ਜੀ, ਉਸਤਾਦਾਂ ਨੇ 2 ਗੱਲਾਂ ਰਿਪੀਟ ਕੀਤੀਆਂ ਵਾ। ਪਹਿਲੀ ਗੱਲ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਤੁਸੀਂ ਆਮ ਖਾਦਾਂ ਦੇ ਗੱਟੂ ਆ ਨਾ, ਉਹਨੂੰ ਇਹਨਾਂ ਨੇ ਪੋਲੀਥੀਨ ਬੋਲਿਆ ਵਾ, ਕਿ ਉਹਦੇ ਵਿੱਚ ਬੀ ਸਾਨੂੰ ਨਹੀਂ ਰੱਖਣਾ ਚਾਹੀਦਾ, ਉਹਦੇ ਵਿੱਚ ਕੋਈ ਵੀ ਹਵਾ ਦਾ ਗੁਜ਼ਰ ਨਹੀਂ ਹੁੰਦੀ, ਉਹਦੇ ਵਿੱਚ ਬੀ ਹੀਟ ਹੋ ਜਾਂਦਾ ਵਾ, ਉਹ ਉੱਗਦਾ ਨਹੀਂ। ਦੂਸਰੀ ਸਭ ਤੋਂ ਵੱਡੀ ਇਹਨਾਂ ਨੇ ਇਹ ਗੱਲ ਦੱਸੀ ਹੋਈ ਆ ਕਿ ਮੌਸਮ ਜਿਹੜਾ ਸੀ ਨਾ ਆਮ ਜਰਮੀਨੇਸ਼ਨ ਵਾਸਤੇ ਨਾ ਕਪਾਹ ਦੀ ਵਾਸਤੇ 30-32 ਡਿਗਰੀ ਚਾਹੀਦਾ, ਤੇ ਮੌਸਮ ਉਦੋਂ ਸੀਗਾ 18 ਡਿਗਰੀ ਤੇ ਕੋਰਾ ਪੈਂਦਾ ਰਿਹਾ, ਉਤੋਂ ਗੜੇ ਵੀ ਪੈਂਦੇ ਰਿਹਾ, ਜਿਹਦੇ ਨਾਲ ਕਪਾਹ ਦੀ ਜਰਮੀਨੇਸ਼ਨ ਬੁਰੀ ਤਰ੍ਹਾਂ ਮੁਤਾਸਰ ਹੋਈ ਆ। ਮੇਰਾ ਹੀ ਨਹੀਂ ਏਰੀਆ ਕਾਫੀ ਜਗ੍ਹਾ ਤੇ ਅਸੀਂ ਵਿਜ਼ਿਟ ਕੀਤਾ, ਮੈਂ ਤੇ ਉਸਤਾਦ ਅਸੀਂ ਗਏ ਆ ਬੂਰੇ ਵਾਲਾ, ਮੀਆਂ ਚੰਨੂ, ਫੈਸਲਾਬਾਦ ਤੱਕ ਅਸੀਂ ਦੇਖਿਆ ਕਪਾਹਾਂ ਦੀ ਜਰਮੀਨੇਸ਼ਨ ਬਿਲਕੁਲ ਨਹੀਂ ਆਈ, ਨਾ ਹੋਣ ਦੇ ਬਰਾਬਰ ਸੀ। ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤਕੀਦ ਅਸੀਂ ਇਹ ਹੀ ਕਰਾਂਗੇ ਕਿ ਜਲਦਬਾਜ਼ੀ ਨਾ ਕਰੋ, ਕਮਰ ਤਾਂ ਅੱਗੇ ਟੁੱਟੀ ਹੋਈ ਆ ਜ਼ਿਮੀਂਦਾਰਾਂ ਦੀ। ਮਹਿੰਗੇ ਬੀਜ, ਮਹਿੰਗੀਆਂ ਖਾਦਾਂ, ਮਹਿੰਗੀਆਂ ਹਵਾਈਆਂ, ਡੀਜ਼ਲ, ਇਹ ਜ਼ਰੂਰੀ ਮਦਾਖਲ ਜਿਹੜੇ ਕਰਕੇ ਮੁੜ ਕੇ ਇਸ ਤਰ੍ਹਾਂ ਜੋ ਹਲ ਚਲਾਉਣਾ, ਤੇ ਕਿਉਂ ਨਾ ਹੋਵੇ ਕਿ ਥੋੜ੍ਹਾ ਜਿਹਾ ਟੈਂਪਰੇਚਰ ਨੂੰ ਵੇਖ ਲਿਆ ਜਾਵੇ, ਮੌਸਮ ਨੂੰ ਦੇਖ ਲਿਆ ਜਾਵੇ, ਫਿਰ ਫਸਲ ਨੂੰ
ਕਾਸ਼ਤ ਕੀਤਾ ਜਾਵੇ। ਅਸਲ ਫਸਲ ਤਾਂ ਇਹ ਸਾਡੀ ਗੰਦਮ ਤੋਂ ਬਾਅਦ ਹੀ ਸੀਗੀ ਕਾਮਯਾਬ, ਲੇਕਿਨ ਹੁਣ ਅਸੀਂ ਐਡਵਾਂਸ ਸ਼ੁਰੂ ਕਰ ਦਿੱਤੀ ਔਰ ਐਡਵਾਂਸ ਦੇ ਵਿੱਚ ਅਸੀਂ ਇਹ ਖਿਆਲ ਨਹੀਂ ਕੀਤਾ ਕਿ ਅਸੀਂ ਆਪਦਾ ਬੀਜ ਵੀ ਕੋਈ ਤਸੱਲੀ ਬਖਸ਼ ਲਈਏ ਔਰ ਦੂਸਰਾ ਅਸੀਂ ਆਪਦੀ ਅਪਡੇਟ ਵੀ ਦੇਖੀਏ ਮੌਸਮ ਦੀ ਕਿ ਆਇਆ ਸਾਨੂੰ 30-32 ਡਿਗਰੀ ਮਿਲ ਗਿਆ ਵਾ ਇਹਦੀ ਅਵੇਬਿਲਿਟੀ ਵਾਸਤੇ, ਇਹਦੀ ਜਰਮੀਨੇਸ਼ਨ ਵਾਸਤੇ। ਤੇ ਉਮੀਦ ਕਰਦੇ ਹਾਂ ਕਿ ਆਇੰਦਾ ਇਦਾਂ ਦੀ ਮਿਸਟੇਕ ਤੋਂ ਸਾਡੇ ਕਿਸਾਨ ਭਾਈ ਥੋੜ੍ਹਾ ਜਿਹਾ ਇਜਤਨਾਬ ਕਰਨ। ਤੇ ਹੁਣ ਕਿਉਂਕਿ ਟਾਈਮ ਹੋ ਗਿਆ ਵਾ ਬੀਟੀ ਕਾਟਨ ਦਾ, ਜਿਹੜੇ ਬੰਦੇ ਦੀ ਸਰੋਂ ਵਾਲੇ ਕੋਈ ਵੱਢ ਜਾਂ ਕਮਾਦ ਵਾਲੇ ਵੱਢ ਖਾਲੀ ਪਏ ਉਹ ਜਲਦੀ ਨਾਲ ਤਿਆਰ ਕਰਕੇ ਹੁਣ ਬੀਟੀ ਕਾਟਨ ਲਾਉਣ। ਇਨਸ਼ਾਅੱਲਾ 100% ਜਰਮੀਨੇਸ਼ਨ ਹੋਏਗੀ ਬੀਜ ਦੀ ਔਰ ਭਰਪੂਰ ਪੈਦਾਵਾਰ ਤੁਹਾਡੀ ਆਏਗੀ। ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਵੀਡੀਓ ਨਾਜ਼ਰੀਨ ਨੂੰ ਇਹਦੀ ਸਮਝ ਆ ਗਈ ਹੋਊਗੀ। ਨੈਕਸਟ ਵੀਡੀਓ ਤੱਕ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼।